हेलो स्टूडेंट्स, आई एम सुखविंदर कौर, असिस्टेंट प्रोफैसर डिपार्टमेंट ऑफ इकोनॉमिक्स, CGDST कॉलेज हरियाणा हुशियारपुर। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਆਪਣੇ ਨਵੇਂ ਪੇਪਰ ਡਿਵੈਲਪਮੈਂਟ ਇਕਨੋਮਿਕਸ ਦਾ ਫਸਟ ਜੋ ਕਨਸੈਪਟ ਹੈ ਉਸ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ। ਕਨਸੈਪਟ ਆਫ ਗਰੋਥ ਐਂਡ ਡਿਵੈਲਪਮੈਂਟ। ਗਰੋਥ ਅਤੇ ਡਿਵੈਲਪਮੈਂਟ ਦੇਖਣ ਨੂੰ ਸਿਨੋਨਿਮ ਲੱਗਦੇ ਨੇ, ਇੱਕੋ ਜਿਹੇ ਅੱਖਰ ਲੱਗਦੇ ਨੇ, ਬਟ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਪਰ ਇੱਥੇ ਮੈਂ ਦੱਸਦੀ ਹਾਂ ਕਿ ਗਰੋਥ ਐਂਡ ਡਿਵੈਲਪਮੈਂਟ ਦੇ ਬਾਰੇ ਵਿੱਚ ਜਿਹੜੀ ਜ਼ਿਆਦਾ ਡਿਸਕਸ਼ਨ ਹੈ, ਇਹਨਾਂ ਦੇ ਅਲੱਗ-ਅਲੱਗ ਕੰਸੈਪਟਸ ਹੋਣ ਦੀ ਜਿਹੜੀ ਡਿਸਕਸ਼ਨ ਹੈ, ਇਹ ਜਿਹੜੀ ਸਾਡੀ ਡਿਪਰੈਸ਼ਨ ਹੈ, ਗ੍ਰੇਟ ਡਿਪਰੈਸ਼ਨ ਹੈ 1929 to 1933, ਜਿਸ ਨੂੰ ਅਸੀਂ ਮਹਾਮੰਦੀ ਕਹਿੰਦੇ, 1930 ਦੀ ਮਹਾਮੰਦੀ ਕਹਿੰਦੇ ਆ, ਉਸ ਟਾਈਮ ਤੋਂ ਸ਼ੁਰੂ ਹੋਈ ਹੈ। ਬੇਸ਼ੱਕ ਪਹਿਲਾਂ ਐਡਮ ਸਮਿਥ ਅਤੇ ਕਾਰਲ ਮਾਰਕਸ ਨੇ ਆਪਣੇ ਆਪਣੇ ਵਿਊਜ਼ ਇਸ ਦੇ ਬਾਰੇ ਵਿੱਚ ਦਿੱਤੇ ਸੀ, ਪਰ ਜਿਹੜੀ ਜ਼ਿਆਦਾ ਡਿਸਕਸ਼ਨ ਹੈ ਉਹ ਬਾਅਦ ਵਿੱਚ ਗ੍ਰੇਟ ਡਿਪਰੈਸ਼ਨ ਦੇ ਪੀਰੀਅਡ ਤੋਂ ਬਾਅਦ ਵਿੱਚ ਆਈ ਹੈ। ਔਰ ਇਸ ਦੇ ਬਾਰੇ ਵਿੱਚ ਇਹਨਾਂ ਦੋਨਾਂ ਕੰਸੈਪਟਸ ਦੇ ਸਿਨੋਨਿਮ ਨਾ ਹੋ ਕੇ ਇੱਕ ਦੂਸਰੇ ਦੇ ਤੋਂ ਅਲੱਗ ਹੋਣ ਦੀ ਜਿਹੜੀ ਗੱਲ ਹੈ, ਇਹ ਸਾਨੂੰ J.A. ਸ਼ੰਪੀਟਰ, ਉਰਸੁਲਾ ਹਿਕਸ ਅਤੇ ਕਿੰਡਲ ਵਰਗਰ ਨੇ ਐਕਸਪਲੇਨ ਕੀਤੀ ਹੈ। ਸਭ ਤੋਂ ਪਹਿਲੀ ਹੁਣ ਗੱਲ ਇਹ ਆਉਂਦੀ ਹੈ ਕਿ ਇਕਨੋਮਿਕ ਗਰੋਥ ਕੀ ਹੈ। ਇਕਨੋਮਿਕ ਗਰੋਥ ਕੀ ਹੈ? ਇਕਨੋਮਿਕ ਗਰੋਥ refers to long term increase in real national income or real national output। ਜੋ ਤੁਹਾਡੀ ਰਾਸ਼ਟਰੀ ਆਮਦਨ ਅਤੇ ਰਾਸ਼ਟਰੀ ਆਊਟਪੁੱਟ ਦੇ ਵਿੱਚ ਲੰਬੇ ਟਾਈਮ ਦੇ ਲਈ ਵਾਧਾ ਹੁੰਦਾ ਅਤੇ ਤੁਸੀਂ ਉਸ ਨੂੰ ਆਰਥਿਕ ਵਿਕਾਸ ਕਹਿੰਦੇ ਹੋ। ਜਦੋਂ ਗੁੱਡਸ ਐਂਡ ਸਰਵਿਸਿਜ਼ ਦੇ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋ ਜਾਵੇ, ਜਦੋਂ ਗੁੱਡਸ ਐਂਡ ਸਰਵਿਸਿਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇ। ਮੀਨਸ ਦੇਖੋ, ਦੋ ਕੇਸ ਆ, ਇੱਕ ਤਾਂ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਵੱਧ ਜਾਵੇ ਬਟ ਪ੍ਰਾਈਜ਼ਸ ਸੇਮ ਰਹਿਣ, ਅਤੇ ਦੂਸਰੀ ਕੰਡੀਸ਼ਨ ਕੀ ਹੈ, ਜਦੋਂ ਪ੍ਰਾਈਜ਼ਸ ਦੇ ਵਿੱਚ ਵਾਧਾ ਹੋ ਜਾਵੇ ਪਰ ਪ੍ਰੋਡਕਸ਼ਨ ਸੇਮ ਰਹੇ, ਅਤੇ ਉਸ ਸਾਰੇ ਨੂੰ ਅਸੀਂ ਕੀ ਕਹਿੰਦੇ ਹਾਂ? ਆਰਥਿਕ ਪ੍ਰਗਤੀ। ਰਾਸ਼ਟਰੀ ਆਮਦਨ, ਕਿਉਂਕਿ ਇਹਨਾਂ ਦੋਨਾਂ ਤਰੀਕਿਆਂ ਦੇ ਨਾਲ ਰਾਸ਼ਟਰੀ ਆਮਦਨ ਦੇ ਮੁੱਲ ਦੇ ਵਿੱਚ ਵਾਧਾ ਹੁੰਦਾ, ਰਾਸ਼ਟਰੀ ਉਤਪਾਦਨ ਦੇ ਮੁੱਲ ਦੇ ਵਿੱਚ ਵਾਧਾ ਹੁੰਦਾ। ਕਦੋਂ? ਜਦੋਂ ਜਾਂ ਤਾਂ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋ ਜਾਵੇ, ਪ੍ਰਾਈਜ਼ਸ ਸੇਮ ਰਹਿਣ, ਜਾਂ ਫਿਰ ਗੁੱਡਸ ਐਂਡ ਸਰਵਿਸਿਜ਼ ਦੇ ਪ੍ਰਾਈਜ਼ਸ ਦੇ ਵਿੱਚ ਵਾਧਾ ਹੋ ਜਾਵੇ, ਪ੍ਰੋਡਕਸ਼ਨ ਸੇਮ ਰਹੇ। ਅਤੇ ਉਸ ਦੇ ਨਾਲ ਕੀ ਹੋਏਗਾ ਕਿ ਤੁਹਾਡੀ ਜਿਹੜੀ ਰਾਸ਼ਟਰੀ ਆਮਦਨ ਆ ਉਸ ਦੇ ਵਿੱਚ ਵਾਧਾ ਹੋ ਜਾਏਗਾ, ਲੰਬੇ ਟਾਈਮ ਲਈ ਵਾਧਾ ਹੋਏਗਾ, ਅਤੇ ਉਸ ਨੂੰ ਅਸੀਂ ਇਕਨੋਮਿਕ ਗਰੋਥ ਕਹਿੰਦੇ ਹਾਂ। ਔਰ ਇਸ ਦੇ ਬਾਰੇ ਵਿੱਚ ਅਲੱਗ-ਅਲੱਗ ਇਕੋਨੋਮਿਸਟ ਨੇ ਕਾਫੀ ਸਾਰੀਆਂ ਡੈਫੀਨੇਸ਼ਨਸ ਵੀ ਦਿੱਤੀਆਂ। ਜਿਵੇਂ ਪ੍ਰੋਫੈਸਰ ਮਾਇਰ ਨੇ ਕਿਹਾ ਸੀ ਕਿ ਆਰਥਿਕ ਪ੍ਰਗਤੀ ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਦੇਸ਼ ਦੀ ਵਾਸਤਵਿਕ ਆਮਦਨ ਵਿੱਚ ਦੀਰਘਕਾਲੀਨ ਮੀਨਸ ਲੰਬੇ ਸਮੇਂ ਲਈ ਵਾਧਾ ਹੁੰਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇ ਇਕਨੋਮਿਕ ਗਰੋਥ ਹੈ ਅਤੇ ਇਕਨੋਮਿਕ ਡਿਵੈਲਪਮੈਂਟ ਕੀ ਹੈ। ਫਿਰ ਇਕਨੋਮਿਕ ਡਿਵੈਲਪਮੈਂਟ ਇਜ਼ ਅ ਮਚ ਵਾਈਡਰ ਕੰਸੈਪਟ ਦੈਨ ਇਕਨੋਮਿਕ ਗਰੋਥ। ਇਕਨੋਮਿਕ ਡਿਵੈਲਪਮੈਂਟ ਥੋੜ੍ਹਾ ਜ਼ਿਆਦਾ ਵਾਈਡਰ ਕੰਸੈਪਟ ਹੈ ਇਕਨੋਮਿਕ ਗਰੋਥ ਦੇ ਨਾਲੋਂ। ਔਰ ਇਸ ਦੇ ਵਿੱਚ ਕੀ ਹੈ ਕਿ ਜਦੋਂ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਵਾਧਾ ਹੋ ਜਾਏ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਬਿਮਾਰੀ ਦੇ ਵਿੱਚ ਕਮੀ ਆ ਜਾਏ, ਜਦੋਂ ਤੁਹਾਡੀ ਪਰ ਕੈਪੀਟਾ, ਦੇਖੋ ਜਿਹੜਾ ਪਿਛਲਾ ਕੰਸੈਪਟ ਸੀ ਉਹਦੇ ਵਿੱਚ ਤੁਹਾਡੀ ਪਰ ਕੈਪੀਟਾ ਇਨਕਮ ਦੇ ਵਿੱਚ ਵਾਧਾ ਹੁੰਦਾ ਪਿਆ ਅਤੇ ਉਹ ਤੁਹਾਡਾ ਆਰਥਿਕ ਤੁਹਾਡੀ ਪ੍ਰਗਤੀ ਹੈ। ਪਰ ਜਦੋਂ ਰਾਸ਼ਟਰੀ ਆਮਦਨ ਦੇ ਵਿੱਚ ਵਾਧੇ ਦੇ ਨਾਲ ਨਾਲ ਤੁਹਾਡੀ ਅਸਮਾਨਤਾ, ਤੁਹਾਡੀ ਗਰੀਬੀ, ਤੁਹਾਡੀ ਅਨਪੜ੍ਹਤਾ, ਬਿਮਾਰੀ ਦੇ ਵਿੱਚ ਕਮੀ ਆਉਂਦੀ ਪਈ ਹੈ ਨਾਲ, ਮੀਨਸ ਤੁਹਾਡੀ ਸੁਸਾਇਟੀ ਇੱਕ ਤਰ੍ਹਾਂ ਦੇ ਨਾਲ ਵਧੀਆ ਸੁਸਾਇਟੀ ਬਣਦੀ ਪਈ ਆ, ਉਹਦੇ ਵਿੱਚ ਇਕੁਲੀਬਰੀਅਮ ਆਉਂਦਾ ਪਿਆ, ਇਕੁਐਲਿਟੀ ਆਉਂਦੀ ਪਈ ਆ, ਉਹਦੇ ਵਿੱਚ ਲਿਟਰੇਟ ਪੀਪਲਸ ਜਿਹੜੇ ਆ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਵੱਧਦੀ ਪਈ ਆ, ਜਦੋਂ ਅਨਪੜ੍ਹਤਾ ਇਲਿਟਰੇਸੀ ਘਟਦੀ ਪਈ ਆ, ਜਦੋਂ ਪਾਵਰਟੀ ਘਟਦੀ ਪਈ ਆ, ਜਦੋਂ ਬਿਮਾਰੀ ਘਟਦੀ ਪਈ ਆ, ਅਤੇ ਉਸ ਨੂੰ ਤੁਸੀਂ ਕਿਉਂ ਕਹੋਗੇ? ਇਕਨੋਮਿਕ ਡਿਵੈਲਪਮੈਂਟ। ਮੀਨਸ ਇਹਦੇ ਵਿੱਚ ਵੀ ਦੇਖੋ ਤੁਹਾਡੀ ਰਾਸ਼ਟਰੀ ਆਮਦਨ ਦੇ ਵਿੱਚ ਵਾਧੇ ਦੀ ਗੱਲ ਤਾਂ ਹੈ, ਮੀਨਸ ਇਕਨੋਮਿਕ ਗਰੋਥ ਵਾਲੀ ਗੱਲ ਤਾਂ ਹੈ, ਪਰ ਨਾਲ ਇਕਨੋਮਿਕ ਗਰੋਥ, ਇਕਨੋਮਿਕ ਡਿਵੈਲਪਮੈਂਟ ਕਦੋਂ ਬਣ ਜਾਏਗੀ? ਜਦੋਂ ਅਸਮਾਨਤਾ, ਬੇਰੁਜ਼ਗਾਰੀ, ਅਨਪੜ੍ਹਤਾ, ਬਿਮਾਰੀ, ਗਰੀਬੀ ਸਾਰਿਆਂ ਦੇ ਵਿੱਚ ਕਮੀ ਆ ਜਾਏਗੀ। ਅਤੇ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਇਕਨੋਮਿਕ ਗਰੋਥ ਹੈ ਜਿਹੜੀ ਉਹ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਸ਼ਾਮਿਲ ਹੁੰਦੀ ਹੈ। ਅਤੇ ਇਕਨੋਮਿਕ ਗਰੋਥ ਨੂੰ ਐਕਸਪਲੇਨ ਕਰਨ ਦੇ ਲਈ ਦੋ ਤਰ੍ਹਾਂ ਦੇ ਵਿਊਜ਼ ਨੇ ਸਾਡੇ ਕੋਲ। ਕਲਾਸੀਕਲਸ ਨੇ ਵੀ ਐਕਸਪਲੇਨ ਕੀਤੀ ਹੈ ਅਤੇ ਮਾਡਰਨ ਜਿਹੜੇ ਇਕੋਨਮਿਸਟ ਆ ਉਹਨਾਂ ਨੇ ਵੀ ਐਕਸਪਲੇਨ ਕੀਤੀ ਹੈ। ਕਲਾਸੀਕਲ ਇਕੋਨਮਿਸਟ ਕੀ ਕਹਿੰਦੇ ਨੇ ਕਿ ਜਦੋਂ ਰਾਸ਼ਟਰੀ ਆਮਦਨ ਜਾਂ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਵਾਧਾ ਹੋ ਜਾਂਦਾ ਅਤੇ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਹੁੰਦੀ ਹੈ। ਇਹ ਤਕਰੀਬਨ ਉਸੇ ਇੱਕ ਤਰ੍ਹਾਂ ਦੀ ਡੈਫੀਨੇਸ਼ਨ ਦੇ ਦਿੱਤੀ ਗਈ ਜਿਸ ਤਰ੍ਹਾਂ ਦੀ ਡੈਫੀਨੇਸ਼ਨ ਇਕਨੋਮਿਕ ਗਰੋਥ ਦੇ ਵਿੱਚ ਜਿਸ ਤਰ੍ਹਾਂ ਦੀ ਗੱਲ ਕਹੀ ਸੀ। ਇਸ ਲਈ ਇਸ ਦੀ ਆਲੋਚਨਾ ਇਹੀ ਕੀਤੀ ਜਾਂਦੀ ਹੈ ਕਿ ਜੇ ਮੰਨ ਲਓ ਤੁਹਾਡੀ ਰਾਸ਼ਟਰੀ ਆਮਦਨ ਵੱਧ ਵੀ ਜਾਂਦੀ ਹੈ ਅਤੇ ਨਾਲ ਤੁਹਾਡੀ ਪਾਪੂਲੇਸ਼ਨ ਵੱਧ ਜਾਏ ਤਾਂ ਵੀ ਤਾਂ ਤੁਹਾਡੀ ਪਰ ਕੈਪੀਟਲ ਇਨਕਮ ਘੱਟ ਰਹਿ ਜਾਏਗੀ। ਮੀਨਸ ਜੇ ਤੁਸੀਂ ਕਹੋਗੇ ਕਿ ਪਰ ਕੈਪੀਟਲ ਇਨਕਮ ਵਧਣ ਅਤੇ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਹੋਏਗੀ। ਪਰ ਕੈਪੀਟਲ ਇਨਕਮ ਕੀ ਹੁੰਦੀ ਹੈ? ਟੋਟਲ ਇਨਕਮ ਡਿਵਾਈਡਡ ਬਾਈ ਪਾਪੂਲੇਸ਼ਨ। ਮੰਨ ਲਓ ਪਰ ਕੈਪੀਟਲ ਇਨਕਮ ਵੱਧਦੀ ਹੈ ਪਰ ਨਾਲ ਹੀ ਪਾਪੂਲੇਸ਼ਨ ਵੀ ਵੱਧ ਜਾਏ ਤਾਂ ਪਰ ਕੈਪੀਟਲ ਇਨਕਮ ਤਾਂ ਘੱਟ ਰਹਿ ਜਾਏਗੀ।
ਇਸ ਲਈ ਇਸ ਡੈਫੀਨੇਸ਼ਨ ਨੂੰ ਇਸ ਤਰ੍ਹਾਂ ਇਸ ਦੀ ਆਲੋਚਨਾ ਕੀਤੀ ਜਾਂਦੀ ਹੈ। ਅਤੇ ਅਗਲੀ ਜੋ ਇਸ ਦੀ ਡੈਫੀਨੇਸ਼ਨ ਹੈ ਉਹ ਮਾਡਰਨ ਇਕੋਨਮਿਸਟਸ ਨੇ ਦਿੱਤੀ ਹੈ। ਇਹ 70 ਦੇ ਦਹਾਕੇ ਤੋਂ ਆਈ ਹੈ। 70th ਤੁਹਾਡਾ ਡੈਕੇਡ ਹੈ 1970s ਦਾ, ਉਹਦੇ ਵਿੱਚ ਆਈ ਹੈ। ਉਹਨਾਂ ਨੇ ਕੀ ਕਿਹਾ, ਆਰਥਿਕ ਵਿਕਾਸ ਦੀ ਪਰਿਭਾਸ਼ਾ ਆਰਥਿਕ ਕਲਿਆਣ ਜਾਂ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਸੰਤੁਸ਼ਟੀ ਦੇ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਤੁਹਾਡੀ ਪਰ ਕੈਪੀਟਲ ਇਨਕਮ ਇਨਕਰੀਜ਼ ਹੁੰਦੀ ਪਈ ਆ ਜਾਂ ਤੁਹਾਡੀ ਜਿਹੜੀ ਨੈਸ਼ਨਲ ਇਨਕਮ ਉਹ ਇਨਕਰੀਜ਼ ਹੁੰਦੀ ਪਈ ਆ। ਇਹਦੇ ਨਾਲ ਨਾਲ ਲੋਕਾਂ ਦਾ ਕਲਿਆਣ ਹੋਣਾ ਚਾਹੀਦਾ, ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਉਹਨਾਂ ਦੇ ਰੋਟੀ